ਕਾਂਡ 2। ਮਸਜਿਦ ਦੀ ਚੜ੍ਹਦੀ ਗੁੱਠੇ ਪਿੱਠ ਪਿੱਛੇ ਬਾਂਗ ਦੇਣ ਲਈ ਇੱਕ ਛੋਟਾ ਜਿਹਾ ਕੱਚਾ ਥੜਾ ਸੀ, ਜਿਸ ਦੇ ਸਾਹਮਣੇ 2 ਮੰਜਿਆਂ ਜਿੰਨੀ ਕੋਠੜੀ ਜਿੰਨਾ ਮਰਦਾਨੇ ਦਾ ਘਰ ਸੀ। ਇੱਥੋਂ ਰਾਏ ਬੁਲਾਰ ਦੀ ਹਵੇਲੀ ਨਹੀਂ ਦਿਸਦੀ। ਸਿਰਫ ਰਾਤ ਵੇਲੇ ਉਸ ਉੱਤੇ ਮਸ਼ਾਲਾਂ ਦੇ ਪਰਛਾਵੇਂ ਝੂਟੇ ਲੈਂਦੇ ਦਿਸਦੇ, ਜਿਸ ਤਰ੍ਹਾਂ ਹਨੇਰੇ ਵਿੱਚ ਚੜ੍ਹਦੇ ਛਿਪਦੇ ਦੀ ਸੇਧ ਸੌਖੀ ਦਿਸਦੀ। ਇਸੇ ਮਸਜਿਦ ਦੇ ਦੂਜੇ ਪਾਸੇ ਇੱਕ ਲੱਕ ਜਿੰਨਾ ਉੱਚਾ ਮੰਦਰ ਸੀ, ਜਿਸ ਵਿੱਚ ਲਟਕਦੀ ਛੋਟੀ ਜਿਹੀ ਟੱਲੀ ਥੱਲੇ ਉਹਦੇ ਵਾਂਗ ਹੀ ਛੋਟੀ ਜਿਹੀ ਮੂਰਤੀ ਸੰਧੂਰ ਨਾਲ ਲਿਬੜੀ ਰਹਿੰਦੀ। ਇਹ ਟੱਲੀ ਖੜਦੀ ਤਾਂ ਇੱਕ ਬੱਚੇ ਵਰਗੀ ਬਾਰੀਕ ਆਵਾਜ਼ ਕੱਢਦੀ, ਜੋ ਮੂਰਤੀ ਦੁਆਲੇ ਘੁੰਮਦੀ ਅੰਦਰ ਹੀ ਖਤਮ ਹੋ ਜਾਂਦੀ। ਇਸ ਦੀ ਆਵਾਜ਼ ਬਾਹਰ ਬਹੁਤ ਘੱਟ ਸੁਣਦੀ। ਇਸ ਮੰਦਰ ਤੇ ਮਸਜਿਦ ਵਿਚਕਾਰ ਉਹ ਖੂਹ ਸੀ, ਜਿਸ ਉੱਤੇ ਇੱਕ ਚਮੜੇ ਦਾ ਡੋਲ ਲਟਕਦਾ ਰਹਿੰਦਾ। ਖੂਹ ਅੱਗੇ ਥੋੜ੍ਹੀ ਜਿਹੀ ਜਗ੍ਹਾ ਗਿੱਲੀ ਰਹਿੰਦੀ, ਜਿਸ ਨਾਲ ਇਸ ਦੇ ਕੰਢੇ ਤੇ ਖੜੀ ਝੁਕੀ ਹੋਈ ਨਿੰਮ ਹਮੇਸ਼ਾ ਆਪਣੇ ਵੱਲ ਸਰਕਦੇ ਪਾਣੀ ਨੂੰ ਉਡੀਕਦੀ ਰਹਿੰਦੀ। ਇਹਨਾਂ ਦੇ ਆਲੇ ਦੁਆਲੇ ਵੀ ਉਹ ਨੀਵੀਆਂ ਢਾਲਵੀਆਂ ਛੱਤਾਂ ਵਾਲੇ ਘਰ ਸਨ, ਜਿਨ੍ਹਾਂ ਦੀਆਂ ਛੱਤਾਂ ਦੇ ਸਿਰੇ ਦਰਵਾਜ਼ੇ ਜਿੰਨੇ ਉੱਚੇ ਰਹਿ ਜਾਂਦੇ। ਦਰਵਾਜ਼ਿਆਂ ਦੇ ਸਿਰ ਛੱਤਾਂ ਨੂੰ ਲੱਗਦੇ ਤੇ ਬੰਦਿਆਂ ਦੇ ਸਿਰ ਦਰਵਾਜ਼ਿਆਂ ਨੂੰ ਲੱਗਦੇ। ਇਹਨਾਂ ਛੱਤਾਂ ਦਾ ਸੰਬੰਧ ਸਿੱਧਾ ਦਰਵਾਜ਼ੇ ਨਾਲ ਰਹਿੰਦਾ, ਤਾਂ ਹੀ ਦਰਵਾਜ਼ੇ ਨੂੰ ਲੱਗਾ ਹਲਕਾ ਜਿਹਾ ਧੱਕਾ ਪੂਰੀ ਛੱਤ ਕੰਬਾ ਦਿੰਦਾ। ਇਹਨਾਂ ਸੰਘਣੇ ਨੀਵੇਂ ਘਰਾਂ ਵਿੱਚ ਮੁਸ਼ਕਲ ਨਾਲ ਲੰਘਦੀਆਂ ਗਲੀਆਂ ਵਿੱਚ ਬੰਦਾ ਸਿਰਫ ਆਪਣਾ ਹੀ ਆਕਾਰ ਲੈ ਕੇ ਲੰਘ ਸਕਦਾ ਸੀ। ਕੁਝ ਹੋਰ ਚੁੱਕਣ ਲਈ ਆਪਣਾ ਹੀ ਆਕਾਰ ਛੋਟਾ ਕਰਨਾ ਪੈਂਦਾ। ਇਹ ਝੁਕੀ ਪਿੱਠ ਜਦੋਂ ਖੂਹ ਵਾਲੀ ਜਗ੍ਹਾ ਤੇ ਆ ਕੇ ਸਿੱਧੀ ਹੁੰਦੀ, ਤਾਂ ਇਹ ਥਾਂ ਪਹਿਲਾਂ ਨਾਲੋਂ ਵੀ ਖੁੱਲ੍ਹੀ ਜਾਪਦੀ। ਇਹਨਾਂ ਗਲੀਆਂ ਦੀਆਂ ਵਿਰਲਾਂ ਵਿੱਚੋਂ ਦੂਰ ਪਿੱਛੇ ਕਿਸੇ ਆਚਾਰੀਆ ਦਾ ਆਸ਼ਰਮ ਦਿਸਦਾ। ਉਸ ਤੋਂ ਅੱਗੇ ਇੱਕ ਢਹੀ ਹੋਈ ਗੜ੍ਹੀ ਸੀ, ਜਿੱਥੇ ਕੋਈ ਨਹੀਂ ਜਾਂਦਾ। ਘੁੰਮ ਘੁੰਮ ਕੇ ਇੱਕ ਦੂਜੇ ਦੇ ਘਰ ਵਿੱਚ ਵੜਦੀਆਂ ਇਹ ਗਲੀਆਂ ਮੁੜ ਮਸੀਤ ਤੇ ਮੰਦਰ ਵਾਲੀ ਜਗ੍ਹਾ ਆ ਨਿਕਲਦੀਆਂ। ਇੱਥੋਂ ਕਿਤੇ ਵੀ ਬਾਹਰ ਨਿਕਲਣ ਲਈ ਸਭ ਤੋਂ ਪਹਿਲਾਂ ਇਸ ਜਗ੍ਹਾ ਆਉਣਾ ਹੀ ਪੈਂਦਾ। ਇੰਨੇ ਸੰਘਣੇ ਦਰਵਾਜ਼ੇ ਹੋਣ ਦੇ ਬਾਵਜੂਦ ਵੀ ਹਰ ਦੇਹਲੀ ਅੱਗੇ ਇੱਕ ਛੋਟਾ ਜਿਹਾ ਚੌਂਤਰਾ ਸੀ, ਜਿਸ ਉੱਤੇ ਘਰ ਦਾ ਕੋਈ ਨਾ ਕੋਈ ਜੀ ਜ਼ਰੂਰ ਬੈਠਾ ਦਿਸਦਾ। ਦੂਰੋਂ ਇਸ ਤਰ੍ਹਾਂ ਬੈਠੇ ਇਹ ਚਿਹਰੇ ਕਿਸੇ ਲੰਬੀ ਸੁਰੰਗ ਵਿੱਚ ਅਣਘੜੇ ਪੱਥਰਾਂ ਦੀ ਕਤਾਰ ਵਾਂਗ ਜਾਪਦੇ, ਪਰ ਇਹਨਾਂ ਮੁਹਾਂਦਰਿਆਂ ਦੀਆਂ ਦੁੱਖਾਂ ਨਾਲ ਛਿੱਲੀਆਂ ਆਵਾਜ਼ਾਂ ਦੀ ਸੋਗੀ ਗੂੰਜ ਹਮੇਸ਼ਾ ਸੁਣਦੀ ਰਹਿੰਦੀ, ਜਿਸ ਦੇ ਇਹ ਘਰ ਆਦੀ ਹੋ ਚੁੱਕੇ ਸਨ। ਇੱਥੇ ਵੇਲੇ ਕੁਵੇਲੇ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਕਦੇ ਵੀ ਇਹਨਾਂ ਆਵਾਜ਼ਾਂ ਦੇ ਸੁਰ ਉੱਚੇ ਸੁਣ ਸਕਦੇ ਸਨ। ਮਰਦਾਨਾ ਬਚਪਨ ਤੋਂ ਇਹ ਸੁਣਦਾ ਤੇ ਵੇਖਦਾ ਆ ਰਿਹਾ ਸੀ, ਤਾਂ ਹੀ ਉਹਨੂੰ ਇਹ ਸਭ ਪਰਾਇਆ ਨਹੀਂ ਸੀ ਜਾਪਦਾ। ਫਿਰ ਵੀ ਇਹ ਚਿਹਰੇ ਮੰਦਰ ਤੇ ਮਸਜਿਦ ਵਿੱਚ ਕਦੇ ਨਕਦ ਦੁਆ ਕਰਦੇ ਨਹੀਂ ਸੀ ਦਿਸੇ। ਉਹ ਸਿਰਫ ਚੜ੍ਹੇ ਦਿਨ ਲਈ ਰੱਜਵਾਂ ਅੰਨ ਮੰਗਦੇ ਸੁਣਦੇ। ਵਿਹੜਾ ਇੰਨਾ ਛੋਟਾ ਸੀ, ਅੰਦਰੋਂ ਅਸਮਾਨ ਨਹੀਂ ਸੀ ਦਿਸਦਾ। ਕੋਠੜੀ ਵਿੱਚੋਂ ਸਿਰਫ 4 ਕਦਮਾਂ ਬਾਅਦ ਵਿਹੜਾ ਖਤਮ ਹੋ ਜਾਂਦਾ। ਜਿੰਨੀ ਕੁ ਜਗ੍ਹਾ ਸੀ, ਉੱਥੇ ਚੰਦ ਚਾਨਣੀ ਸੀ। ਤਾਰਿਆਂ ਦੇ ਹਿਸਾਬ ਨਾਲ ਪੌਣੀ ਰਾਤ ਬੀਤਣ ਵਾਲੀ ਸੀ। ਟਿਕੀ ਹੋਈ ਰਾਤ ਵਿੱਚ ਸਿਰਫ ਪੀਰਨ ਪਿੰਜੇ ਦੀ ਟੁਣਕਵੀਂ ਤਾਰ ਸੁਣ ਰਹੀ ਸੀ। ਕਦੇ ਕਦੇ ਰੂਈ ਦੇ ਭਾਰ ਥੱਲਿਓਂ ਉਹਦੀ ਟੁਣਕਾਰ ਅਚਾਨਕ ਭਾਰੀ ਹੋ ਜਾਂਦੀ। ਸ਼ਾਇਦ ਇਹ ਕਿਰਤ ਦੀ ਸਭ ਤੋਂ ਹੇਠਲੀ ਸੁਰ ਸੀ। ਥੋੜ੍ਹੀ ਦੇਰ ਬਾਅਦ ਉਹੀ ਟੁਣਕਾਰ ਫਿਰ ਉੱਚੀ ਹੋ ਜਾਂਦੀ, ਪਰ ਉਹਦੇ ਉੱਪਰ ਵੱਜਦਾ ਭਾਰਾ ਮੋਕਰਾ ਵੱਜਣੋਂ ਕਦੇ ਨਾ ਹਟਦਾ। ਇਸ ਹੱਥ ਦੀ ਥਕਾਵਟ ਦਾ ਉਦੋਂ ਪਤਾ ਲੱਗਦਾ ਜਦੋਂ ਇਹ ਰੁਕ ਰੁਕ ਕੇ ਵੱਜਦਾ। ਇਸ ਟੁਣਕਾਰ ਨਾਲ ਮਰਦਾਨਾ ਕਿਤੇ ਹੋਰ ਪਹੁੰਚ ਗਿਆ ਸੀ। ਉਹ ਕਾਫੀ ਦੇਰ ਕਿਰਤ ਨਾਲ ਜੂਝਦੀ ਉਸ ਸੁਰ ਨੂੰ ਸੁਣਦਾ ਰਿਹਾ।
ਜਿਸ ਨੇ ਸੱਟ ਵੀ ਸਹਿਣੀ ਸੀ, ਕਿਰਤ ਵੀ ਕਰਨੀ ਸੀ ਤੇ ਟੁਣਕਾਰ ਵੀ ਸੁਣਾਉਣੀ ਸੀ। ਦੁਬਾਰਾ ਜਾਗ ਖੁੱਲ੍ਹੀ ਤਾਂ ਹਨੇਰਾ ਨਹੀਂ ਸੀ। ਕੰਧ 'ਤੇ ਬਾਬੇ ਪੜਦਾਦਿਆਂ ਦੇ ਪੁਰਾਣੇ ਸਾਜ਼ ਉਵੇਂ ਜਿਵੇਂ ਲਟਕ ਰਹੇ ਸਨ। ਅੱਬਾ ਉਹਨਾਂ ਨੂੰ ਸੁੱਟਣ ਨਹੀਂ ਦਿੰਦਾ। ਇਹਨਾਂ ਛੋਟੀਆਂ ਛੋਟੀਆਂ ਕੰਧਾਂ ਉੱਤੇ ਸਾਜ਼ਾਂ ਕਰਕੇ ਕਿੰਨਾ ਕੁਝ ਟੰਗਣੋਂ ਰਹਿ ਜਾਂਦਾ ਸੀ। ਅੱਜ ਮਰਦਾਨੇ ਨੂੰ ਪਤਾ ਸੀ ਕਿ ਕਿਸੇ ਨੇ ਉਹਨੂੰ ਆਵਾਜ਼ ਨਹੀਂ ਮਾਰਨੀ। ਪਿਛਲੇ ਦਿਨੀਂ 2 ਵਾਰੀ ਅੱਬਾ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਬਚਪਨ ਵਿੱਚ ਵਿਆਹ ਸ਼ਾਦੀ ਵੇਲੇ ਅੰਮੀ ਅਕਸਰ ਇਹ ਕਹਿ ਕੇ ਲੈ ਤੁਰਦੀ ਸੀ, ਜਿੰਨੇ ਹੱਥ ਹੋਣਗੇ ਓਨਾ ਹੀ ਡਿੱਗੇਗਾ। ਪਰ ਅੱਬਾ ਨਾਲ ਵਿਆਹ ਕਮਾਉਣ ਲਈ ਮਨ ਨਹੀਂ ਮੰਨਿਆ। ਰਾਤ ਸੌਣ ਵੇਲੇ ਵੀ ਅੱਬਾ ਨੇ ਸੁਣਾਇਆ ਸੀ, ਮਰਾਸੀ ਦਾ ਫਕੀਰਾਂ ਪਿੱਛੇ ਜਾ ਕੇ ਨਹੀਂ ਸਰਦਾ। ਫਿਰ ਅੰਮੀ ਨੇ ਉਹਦੀ ਹਾਮੀ ਭਰੀ, ਜਿਸ ਦੇ ਪਿੱਛੇ ਤੂੰ ਤੁਰਦਾ ਉਹ ਰੱਜ ਕੇ ਫਕੀਰ ਹੋਇਆ। ਤੂੰ ਮਰਾਸੀ ਦੀ ਜਾਤ ਕਿੱਧਰ ਨੂੰ ਪੁੱਠਾ ਘੁੰਮ ਗਈ। ਮਰਦਾਨੇ ਨੇ ਫਿਰ ਵੀ ਕੋਈ ਉੱਤਰ ਨਾ ਦਿੱਤਾ। ਇਸ ਛੋਟੀ ਜਿਹੀ ਕੋਠੜੀ ਵਿੱਚ ਇੰਨੀਆਂ ਤਲਖ ਗੱਲਾਂ ਇੰਨੀ ਛੇਤੀ ਬਾਹਰ ਨਹੀਂ ਸੀ ਨਿਕਲ ਸਕਦੀਆਂ। ਉਹ ਖੁਦ ਹੀ ਉੱਠ ਕੇ ਬਾਹਰ ਨਿਕਲ ਆਇਆ। ਪਰ ਘਰੋਂ ਬਾਹਰ ਨਿਕਲਦਿਆਂ ਅੱਬਾ ਦੀਆਂ ਆਵਾਜ਼ਾਂ ਸੁਣਨੋਂ ਨਾ ਹਟੀਆਂ। ਤੈਨੂੰ ਰਿਜ਼ਕ ਕਮਾਉਣ ਤੋਂ ਸੰਗ ਆਉਂਦੀ ਏ? ਵੱਡੇ ਘਰਾਂ ਅੱਗੇ ਆਵਾਜ਼ਾਂ ਮਾਰਨ ਵੇਲੇ ਵੀ ਤੂੰ ਬੇਦੀਆਂ ਦਾ ਮੁੰਡਾ ਥੋੜ੍ਹੀ ਏ। ਆਪਣੇ ਅਸਲੇ ਨੂੰ ਪਛਾਣ ਮਰਾਸੀਆ, ਜੇ ਅਸਲੇ ਦਾ ਹੈ ਤਾਂ। ਉਹ ਘਰੋਂ ਨਿਕਲ ਕਿੰਨੀ ਦੇਰ ਝੋਪੜੀ ਵਿੱਚ ਬੈਠਾ ਰਿਹਾ। ਜੀ ਕੀਤਾ ਕਿੱਧਰੋਂ ਸੰਤਰੇਣ ਆ ਜਾਵੇ, ਉਹਦੇ ਨਾਲ ਬੈਠ ਕੇ ਉਹੀ ਗੱਲ ਪੁੱਛਾਂ। ਤੇਰੇ ਵਰਗੇ ਕਰੋਧੀ ਨੂੰ ਉਸ ਦਿਨ ਹੱਸਣਾ ਕਿਵੇਂ ਫੁਰਿਆ ਸੀ। ਪਰ ਉਹ ਤਾਂ ਮੁੜ ਕੇ ਤਲਵੰਡੀ ਦਿਸਿਆ ਹੀ ਨਹੀਂ ਸੀ। ਹੱਸਦਾ ਹੱਸਦਾ ਸ਼ਾਇਦ ਕਿਤੇ ਦੂਰ ਹੀ ਨਿਕਲ ਗਿਆ ਸੀ। ਅੰਮੀ ਨੇ ਮਰਗਤ ਵਾਲੇ ਘਰ ਕੀਰਨੇ ਪਾਉਣ ਜਾਣਾ ਸੀ। ਅਜਿਹੇ ਵੇਲੇ ਉਹਦੇ ਚਿਹਰੇ ਦੀ ਨੁਹਾਰ ਬਦਲ ਜਾਂਦੀ ਸੀ। ਉਹ ਮਰ ਗਏ ਦੇ ਬੀਤੇ ਨੂੰ ਬੁੜਬੁੜ ਵਿੱਚ ਵਿਸਥਾਰ ਦਿੰਦੀ, ਜਿਸ ਨੇ ਅੱਗੇ ਜਾ ਕੇ ਕੀਰਨੇ ਦਾ ਹਿੱਸਾ ਬਣਨਾ ਹੁੰਦਾ। ਅਜਿਹੇ ਵੇਲੇ ਉਹ ਕਿਸੇ ਵੱਲ ਬਹੁਤ ਹੀ ਘੱਟ ਧਿਆਨ ਦਿੰਦੀ। ਉਹ ਇਸ ਮਾਤਮੀ ਕੰਮ ਨੂੰ ਵੀ ਰਿਜ਼ਕ ਕਮਾਉਣਾ ਕਹਿੰਦੀ। ਕਦੇ ਕਦੇ ਵਾਪਸੀ ਵੇਲੇ ਜਦੋਂ ਉਹਦੀਆਂ ਸੁੱਕੀਆਂ ਅੱਖਾਂ ਅੰਦਰਲੇ ਪੀਲੇਪਣ ਨਾਲ ਉਹਦੀ ਨਜ਼ਰ ਮਿਲਦੀ ਤਾਂ ਉਹ ਉਹਦਾ ਉੱਤਰ ਜ਼ਰੂਰ ਦਿੰਦੀ, ਇਹ ਦੁੱਖਾਂ ਦੀ ਬੰਦਗੀ ਏ ਪੁੱਤ। ਮਰਾਸਣ ਨੇ ਦੁੱਖਾਂ ਨੂੰ ਗੱਲੀਂ ਪਾਉਣਾ ਹੁੰਦਾ। ਨਹੀਂ ਜਜਮਾਨ ਕਿਉਂ ਬੁਲਾਏ ਸਾਨੂੰ। ਫਿਰ ਉਹਦੀਆਂ ਅੱਖਾਂ ਦੇ ਡੋਰੇ ਲਾਲ ਹੋ ਜਾਂਦੇ। ਪਰ ਅੱਜ ਅੰਮੀ ਉਹਦੇ ਵੱਲ ਵੇਖ ਹੀ ਨਹੀਂ ਰਹੀ ਸੀ। ਸਾਹਮਣੇ ਦਾਦੀ ਦੀਆਂ ਖੱਟੀਆਂ ਚਿੱਟੀਆਂ ਅੱਖਾਂ ਅੱਗਿਓਂ ਗੁੜਗੁੜੀ ਦਾ ਸਲੇਟੀ ਧੂੰਆਂ ਨਿਕਲ ਰਿਹਾ ਸੀ। ਕੀ ਗੱਲ, ਅੱਜ ਨਿਰਣੇ ਕਾਲਜੇ ਢਕਾਰ ਮਾਰਦਾ ਹੈ? ਦਾਦੀ ਦਾ ਪੁੱਛਿਆ ਤਾਨਾ ਸਾਹਮਣੇ ਕੌਲੇ ਤੇ ਬਲੂੰਗੜੇ ਦੇ ਮਿਊਂ ਮਿਊਂ ਦੀ ਤਲਖੀ ਕਾਰਨ ਸੀ। ਪਰ ਇਸ ਵਾਰ ਇੱਕ ਵਾਰ ਫਿਰ ਮਰਦਾਨੇ ਵੱਲ ਇਸ਼ਾਰਾ ਕੀਤਾ। ਭਾਈ, ਕਿਸੇ ਜ਼ਿਮੀਂਦਾਰ ਦੇ ਘਰ ਅੱਗੇ ਜਾ ਕੇ ਬੋਲ, ਇੱਥੇ ਤਾਂ ਮਰਾਸੀ ਫਕੀਰੀ ਵੱਲ ਚੱਲ ਪਏ ਨੇ। ਅੰਮੀ ਦੀ ਬੁੜਬੁੜ ਹੋਰ ਉੱਚੀ ਹੋ ਗਈ ਸੀ। ਉਹ ਕਿਸੇ ਵੇਲੇ ਵੀ ਘਰੋਂ ਨਿਕਲ ਸਕਦੀ ਸੀ। ਲਾਗਦੇ ਘਰਾਂ ਦੀਆਂ ਡੂਮਣੀਆਂ ਦੇ ਹਾਸੇ ਤੇ ਵਿੱਚ ਹੀ ਨਿਆਣਿਆਂ ਨੂੰ ਤਾਨੇ ਮਿਹਣੇ ਰੋਜ਼ ਵਾਂਗ ਸੁਣਨ ਲੱਗੇ। ਦੂਰ ਕਿਸੇ ਘਰੋਂ ਰੋਣ ਦੀ ਆਵਾਜ਼ ਆ ਰਹੀ ਸੀ। ਬਚਪਨ ਵਿੱਚ ਜਾਪਦਾ ਸੀ ਕਿ ਇਹ ਦਾਦੀ ਦਾ ਬੜੱਪਨ ਹੈ। ਜਦੋਂ ਉਹਦੇ ਕੀਰਨਿਆਂ ਦਾ ਵੈਰਾਗ ਕੋਠੇ ਟੱਪ ਇੱਥੋਂ ਤੱਕ ਸੁਣਦਾ ਸੀ, ਪਰ ਉਹ ਵੀ ਉਹਨੂੰ ਹੀ ਮਿਹਣਿਆਂ ਤੇ ਤੁਲੀ ਬੈਠੀ ਸੀ। ਅੱਬਾ ਵੀ ਆਪਣੀ ਅੰਮੀ ਦੀ ਹਮਾਇਤ ਵਿੱਚ ਹੀ ਚੁੱਪ ਬੈਠਾ ਸੀ। ਹੁਣ ਇੱਥੇ ਬੈਠਣਾ ਸੌਖਾ ਨਹੀਂ ਸੀ। ਉਹ ਅੰਮੀ ਤੋਂ ਪਹਿਲਾਂ ਘਰੋਂ ਨਿਕਲਣਾ ਚਾਹੁੰਦਾ ਸੀ। ਫਿਰ ਅੱਬਾ ਦੀ ਆਵਾਜ਼ ਸੁਣੀ, ਬੇਦੀਆਂ ਦੇ ਚੱਲਿਆ। ਮੋਰਾਂ ਦੀ ਪਸੰਦ ਭੂਰੇ ਰੋਡ। ਘਰੋਂ ਨਿਕਲਦੀ ਅੰਮੀ ਵੀ ਆਪਣੀ ਗੱਲ ਸੁਣਾ ਗਈ ਸੀ। ਇੱਕ ਡੂੰਘਾ ਹੌਕਾ ਉਹਦੀ ਛਾਤੀ ਉੱਪਰੋਂ ਉੱਠਿਆ। ਫਿਰ ਦੁਬਾਰਾ ਉਸ ਸਾਹ ਨੂੰ ਬੈਠਣ ਲਈ ਜਗ੍ਹਾ ਨਹੀਂ। ਬਾਹਰ ਖੂਹ ਦੀਆਂ ਭੌਣੀਆਂ ਖੜਕੀਆਂ। ਖੂਹ ਸਾਂਝਾ ਸੀ, ਪਰ ਰੇੜੇ ਅਲੱਗ ਅਲੱਗ ਸਨ। ਪਿੰਜਿਆਂ ਦੀ ਗਲੀ 'ਚੋਂ ਖੁਲਕਦਾ
ਪੀਰਨ ਖੂਹ ਵੱਲ ਆ ਰਿਹਾ ਸੀ। ਮਸੀਤ ਦੁਆਲੇ ਕੀਤੀ ਪਾਂਡੂ ਦੀ ਚੱਕੀ ਤੋਈ ਦੀ ਖੁਸ਼ਬੂ ਆ ਰਹੀ ਸੀ। ਤਲਵੰਡੀ ਦੀ ਮਿੱਟੀ ਦੇ ਸੁਆਸਾਂ 'ਚੋਂ ਵੀ ਕਦੇ ਕਦੇ ਅਜਿਹੇ ਹੀ ਬੁੱਲੇ ਆਉਂਦੇ ਸਨ। ਇਸ ਮਸੀਤ ਤੇ ਮੰਦਰ ਵਿਚਕਾਰ ਹੀ ਇੱਕ ਥਾਂ ਸੀ ਜਿੱਥੇ ਨਾਨਕ ਆ ਕੇ ਬੈਠਦਾ ਸੀ। ਉਹਦੀਆਂ ਨਜ਼ਰਾਂ ਇਸ ਚੁਫੇਰੇ ਨੂੰ ਨਿਹਾਰਦੀਆਂ ਸਨ। ਉਹ ਛੋਟੇ ਛੋਟੇ ਆਕਾਰਾਂ ਦੇ ਲੋਕਾਂ ਨੂੰ ਕੁਝ ਕਹਿਣਾ ਆਉਂਦਾ ਸੀ। ਇਹ ਉਹਨਾਂ ਦਿਨਾਂ ਦੀ ਗੱਲ ਸੀ ਜਦੋਂ ਮੰਦਰ ਤੇ ਮਸਜਿਦ ਕੋਲ ਆਪਣਾ ਦੀਵਾ ਨਹੀਂ ਸੀ ਹੁੰਦਾ। ਰਾਤ ਵੇਲੇ ਦੋਵਾਂ ਦੇ ਵਿਚਕਾਰ ਅੱਗ ਬਾਲ ਦਿੱਤੀ ਜਾਂਦੀ ਸੀ। ਇਸ ਛੋਟੀ ਜਿਹੀ ਧੂਣੀ ਦੇ ਪਰਛਾਵਿਆਂ ਨਾਲ ਦੋਵਾਂ ਦੇ ਆਕਾਰ ਵੱਡੇ ਵੱਡੇ ਦਿਸਦੇ। ਇਸ ਚਾਨਣ ਸਾਹਮਣੇ ਉਹਨਾਂ ਨੇ ਬਹੁਤ ਵਾਰ ਗਾਇਆ ਸੀ। ਡੂਮਣੀਆਂ ਨੇ ਅਨੇਕਾਂ ਵਾਰ ਮਖੌਲ ਕੀਤੇ ਸਨ। ਵਾਹ ਓਏ ਬੇਦੀਓ, ਮਰਾਸੀ ਜੰਮ ਕੇ ਵਿਖਾ ਦਿੱਤਾ। ਰਾਈ ਘੁਮਾਰ ਨੇ ਤਾਜ਼ੇ ਪਾਣੀ ਨਾਲ ਮਿੱਟੀ ਘੁਮਾਉਣੀ ਸ਼ੁਰੂ ਕਰ ਦਿੱਤੀ ਸੀ। ਪੈਂਖੜਾ ਲੱਗਿਆ ਗਧਾ ਦੂਰ ਖੇਤਾਂ ਵੱਲ ਜਾ ਰਿਹਾ ਸੀ। ਰਾਈ ਨੇ ਭੰਗੀ ਨੂੰ ਆਵਾਜ਼ ਮਾਰੀ। ਜੇ ਗਧੇ ਦੇ ਮੋੜੇ ਲਈ ਨਾ ਕਹਿਣਾ ਹੁੰਦਾ ਤਾਂ ਉਹਨੇ ਅੱਗੇ ਵਾਂਗ ਟੋਕਣਾ ਸੀ। ਗਿੱਲੀ ਧੋਤੀ ਲਾ ਕੇ ਮੰਦਰ ਅੱਗਿਓਂ ਨਾ ਲੰਘਿਆ ਕਰ, ਤੈਨੂੰ ਕਿੰਨੀ ਵਾਰੀ ਕਿਹਾ। ਭੰਗੀ ਨੇ ਪਿੱਛੇ ਕੀਤੇ ਹੱਥ ਨਾ ਖੋਲ੍ਹੇ, ਸਿਰਫ ਕੂਣੀਆਂ ਨਾਲ ਖੋਦਾਂ ਮਾਰਦਾ ਗਧੇ ਨੂੰ ਅੱਡੇ ਤੇ ਲੈ ਆਇਆ। ਦੋਵੇਂ ਪੈਰਾਂ ਵਿੱਚ ਪੈਂਖੜਾ ਸੀ। ਦੁਲੱਤੇ ਦਾ ਕੋਈ ਖਤਰਾ ਨਹੀਂ ਸੀ। ਕਮਾਈ ਮਿੱਟੀ ਦੇ ਗਿੱਲੇ ਤੋਂ ਇੱਕ ਪਾਸੇ ਕੋਲ ਹੀ ਉਹਦਾ ਪਾਲਤੂ ਕੁੱਤਾ ਵੀ ਆ ਬੈਠਾ। ਬਿਲਕੁਲ ਡੂਮਾਂ ਦੇ ਨਿਆਣਿਆਂ ਵਰਗੀਆਂ ਕੱਚੀਆਂ ਅੱਖਾਂ ਵਾਲਾ ਇਹ ਕੁੱਤਾ ਇਹਨਾਂ ਘਰਾਂ 'ਚੋਂ ਕਿਸੇ ਨੂੰ ਨਹੀਂ ਭੌਂਕਦਾ। ਕਦੇ ਕਦੇ ਜਦੋਂ ਖੂਹ ਅੱਗੇ ਪਾਣੀ ਪੀਣ ਲਈ ਕੋਈ ਕਾਂ ਉਤਰਦਾ ਤਾਂ ਉਹ ਤੇਜ਼ੀ ਨਾਲ ਉੱਥੇ ਜਾ ਪਹੁੰਚਦਾ। ਸ਼ਾਇਦ ਇਸੇ ਕਰਕੇ ਕਾਂ ਰੇੜੇ ਉੱਤੇ ਬੈਠਦੇ, ਜਿਸ ਕਰਕੇ ਉਹਨਾਂ ਦੀ ਬਿੱਠ ਖੂਹ ਵਿੱਚ ਹੀ ਡਿੱਗਦੀ। ਅੱਜ ਕੱਲ੍ਹ ਮਰਦਾਨਾ ਇਹ ਜੋ ਕੁਝ ਵੇਖ ਸੁਣ ਰਿਹਾ ਸੀ, ਪਹਿਲਾਂ ਇਹਨਾਂ ਨੂੰ ਵੇਖ ਇੰਨਾ ਵਿਰਾਗ ਨਹੀਂ ਸੀ ਚੜ੍ਹਦਾ। ਸਾਈਂ ਦੀਆਂ ਕਹੀਆਂ ਸੁਣੀਆਂ ਗੱਲਾਂ ਯਾਦ ਕਰਕੇ ਆਪਣਾ ਆਪ ਸੰਭਲ ਜਾਂਦਾ ਸੀ, ਪਰ ਕੁਝ ਦਿਨਾਂ ਤੋਂ ਜਾਪ ਰਿਹਾ ਸੀ ਕਿ ਨਜ਼ਰਾਂ ਨੇ ਕੁਝ ਜ਼ਿਆਦਾ ਹੀ ਗਹਿਰਾਈ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਸੀ। ਇਹਨਾਂ ਨੀਵੇਂ ਘਰਾਂ ਦੀਆਂ ਪਿੱਠਾਂ ਜਿਸ ਤਰ੍ਹਾਂ ਜੁੜੀਆਂ ਦਿਸਦੀਆਂ ਸਨ, ਘਰੋਂ ਨਿਕਲਣ ਉਸ ਤਰ੍ਹਾਂ ਨਹੀਂ ਸੀ ਦਿਸਦੀਆਂ। ਤਲਵੰਡੀ ਨਵੇਂ ਸਿਰਿਓਂ ਦਿਸਣਾ ਸ਼ੁਰੂ ਹੋਇਆ ਸੀ। ਬੇਸ਼ੱਕ ਇਹਨਾਂ ਗਲੀਆਂ ਵਿੱਚ ਆਉਣ ਲਈ ਰਾਏ ਬੁਲਾਰ ਨੂੰ ਵੀ ਘੋੜੇ ਉੱਪਰੋਂ ਉਤਰ ਕੇ ਆਉਣਾ ਪੈਂਦਾ ਸੀ, ਪਰ ਇਹਦੇ ਲਈ ਇੱਕ ਕਮੀਣ ਕਿਉਂ ਮਾਫ਼ੀ ਮੰਗਦੇ ਸਨ। ਘੋੜਿਆਂ ਲਈ ਰਾਹ ਡੂਮਾਂ ਨੇ ਥੋੜ੍ਹੀ ਛੋਟਾ ਕੀਤਾ ਸੀ। ਸੂਰਜ ਹੋਰ ਉੱਪਰ ਆ ਗਿਆ ਸੀ। ਘਰਾਂ ਅਗਲੇ ਚੌਂਤਰਿਆਂ 'ਤੇ ਬਹੁਤ ਸਾਰੇ ਚਿਹਰੇ ਬੈਠੇ ਦਿਸ ਰਹੇ ਸਨ। ਪਤਾ ਨਹੀਂ ਕਿਸ ਨੂੰ ਉਡੀਕ ਰਹੇ ਸਨ। ਸ਼ਾਇਦ ਰਾਏ ਬੁਲਾਰ ਇੱਧਰੋਂ ਤੁਰ ਕੇ ਲੰਘਿਆ ਹੋਵੇ। ਉਹਦੀ ਖੇਚਲ ਨੂੰ ਨੀਵੀਂ ਪਾ ਕੇ ਮਾਫ਼ੀ ਮੰਗਣ। ਸ਼ਾਮ ਤੱਕ ਇਹਨਾਂ ਚੌਤਰਿਆਂ 'ਤੇ ਬੈਠੇ ਪਰਛਾਵਿਆਂ ਨੂੰ ਮੰਦਰ ਤੇ ਮਸਜਿਦ ਤੱਕ ਪੁੱਜਣ ਲਈ ਖੂਹ ਉੱਪਰੋਂ ਦੀ ਟੱਪਣਾ ਪਵੇਗਾ। ਬਚਪਨ ਦੇ ਮਰਦਾਨੇ ਨੂੰ ਹੋਰ ਦਿਨ ਤਾਂ ਬਹੁਤੇ ਯਾਦ ਨਹੀਂ ਸਨ, ਪਰ ਉਹ ਦਿਨ ਯਾਦ ਸੀ ਜਦੋਂ ਅੰਮੀ ਨੇ ਮਹਿਤਾ ਕਾਲੂ ਦੀ ਦੇਹਲੀ ਅੱਗੇ ਉਹਨੂੰ ਗੋਦੀਓਂ ਉਤਾਰ ਦਿੱਤਾ ਸੀ। ਵੱਡੇ ਘਰਾਂ ਵਿੱਚ ਵੜਨ ਲੱਗੇ ਜੇ ਬੱਚਾ ਤੁਰ ਸਕੇ ਤਾਂ ਡੂਮਣੀਆਂ ਉਹਨੂੰ ਉਤਾਰ ਦਿੰਦੀਆਂ ਸਨ। ਅੰਮੀ ਕਹਿੰਦੀ ਸੀ, ਤੁਰਦੇ ਬੱਚੇ ਨੂੰ ਵੇਖ ਕੇ ਸ਼ਾਹਾਂ ਦਾ ਦਿਲ ਨਰਮ ਪੈ ਜਾਂਦਾ ਏ। ਉਹ ਦੇਹਲੀ ਫੜ ਰੋਣ ਲੱਗ ਪਿਆ ਸੀ। ਆ ਜਾ, ਤੈਨੂੰ ਕਾਕਾ ਵਿਖਾਵਾਂ। ਅੰਮੀ ਉਹਨੂੰ ਉਂਗਲੀ ਫੜ ਅੰਦਰ ਮਾਤਾ ਤ੍ਰਿਪਤਾ ਦੀ ਗੋਦੀ ਵਿੱਚ ਪਏ ਬੱਚੇ ਕੋਲ ਲੈ ਗਈ ਸੀ। ਬੱਚੇ ਨੂੰ ਵੇਖ ਉਹ ਚੁੱਪ ਕਰ ਗਿਆ ਸੀ। ਵੇ ਨਾਨਕ, ਤੂੰ ਹੁਣੇ ਤੋਂ ਰੋਂਦਿਆਂ ਨੂੰ ਚੁੱਪ ਕਰਾਉਣ ਲੱਗ ਪਿਆ। ਅੰਮੀ ਲੰਬੀ ਅਸੀਸ ਨਾਲ ਬੋਲਦੀ ਗਈ ਸੀ, ਪਰ ਅੱਜ ਕੱਲ੍ਹ ਅੰਮੀ ਖਿਝ ਕੇ ਕਹਿੰਦੀ ਸੀ। ਦੋਵਾਂ ਦੀਆਂ ਮਾਵਾਂ ਨੇ ਇੱਕੋ ਜਿਹਾ ਦੁੱਖ ਸਹੇੜ ਲਿਆ ਏ। ਸਾਹਮਣੇ ਆਪਣੇ ਘਰ ਦੀ ਛੱਤ 'ਚੋਂ ਪੁਣ ਕੇ ਆਉਂਦੀਆਂ ਧੂੰਏਂ ਦੀਆਂ ਧਾਰੀਆਂ ਚੜ੍ਹਦੇ ਸੂਰਜ ਦੀਆਂ ਕਿਰਨਾਂ ਵਿੱਚ ਗੁਆਚਦੀਆਂ ਵੇਖੀਆਂ। ਕਦੇ ਕਦੇ ਅੱਬਾ ਦੀ ਆਵਾਜ਼ ਵੀ ਸੁਣਦੀ ਸੀ, ਸ਼ਾਇਦ ਇਸ ਲਈ ਕਿ ਉਹ ਖੂਹ ਕੋਲ ਇੰਨੀ ਦੇਰ ਤੋਂ ਕਿਉਂ ਖੜ੍ਹਾ ਏ। ਦੂਰ ਅੰਮੀ ਦੇ
ਕੀਰਨਿਆਂ ਦਾ ਸਾਥ ਹੁਣ ਬਹੁਤ ਘੱਟ ਆਵਾਜ਼ਾਂ ਦੇ ਰਹੀਆਂ ਸਨ। ਛੇਤੀ ਹੀ ਇਹ ਸੋਗ ਚੁੱਪ ਹੋਣ ਵਾਲਾ ਸੀ। ਫਿਰ ਵੀ ਉਸ ਘਰ ਵੱਲ ਉਹਦਾ ਜਾਣ ਨੂੰ ਜੀ ਨਹੀਂ ਸੀ ਕਰ ਰਿਹਾ। ਰਸਤਾ ਬਦਲਣ ਲਈ ਉਹਨੂੰ ਆਪਣੀਆਂ ਹੀ ਕਬਰਾਂ 'ਚੋਂ ਲੰਘਣਾ ਪੈਣਾ ਸੀ। ਕਬਰਾਂ ਵਿੱਚ ਬੈਠੇ ਪੰਛੀ ਧੁੱਪ ਸੇਕਦੇ ਚੁੰਝਾਂ ਨਾਲ ਫੰਗ ਸਾਫ਼ ਕਰ ਰਹੇ ਸਨ। ਉਹਦੇ ਵੇਖਦਿਆਂ ਵੇਖਦਿਆਂ ਕਬਰਾਂ ਉੱਪਰੋਂ ਕਈ ਪੰਛੀ ਉਡਾਰੀ ਮਾਰ ਗਏ। ਪਹਿਲੀ ਨਜ਼ਰੇ ਹੈਰਾਨੀ ਵੀ ਹੋਈ, ਸਮਝ ਵੀ ਆਈ, ਕਬਰਾਂ ਉੱਪਰੋਂ ਵੀ ਉੱਡਿਆ ਜਾ ਸਕਦਾ ਏ। ਇੱਕ ਵਾਰ ਫਿਰ ਸਰੀਰ ਅੰਦਰ ਤਾਜ਼ੇ ਦਮ ਦੀ ਧੜਕਣ ਸੁਣੀ। ਫਿਰ ਕਬਰਾਂ ਵਿਚਕਾਰ ਸੰਤਰੇਣ ਖੜਾ ਦਿਸਿਆ। ਉਹ ਉੱਡਦੇ ਪੰਛੀਆਂ ਵੱਲ ਵੇਖਦਾ ਤੇ ਇੱਕ ਉਂਗਲ ਆਪਣੀ ਛਾਤੀ ਵੱਲ ਸੇਧ ਰਿਹਾ ਸੀ। ਉੱਡ ਜਾਓ, ਉੱਡ ਜਾਓ, ਇਹ ਰੂਹਾਨੀ ਗਮ ਨੇ। ਪਿੰਡ ਦੀ ਨੁਹਾਰ ਬਦਲ ਰਹੀ ਸੀ। ਮੰਦਰ ਸਾਹਮਣੇ ਇੱਕ ਹੋਰ ਗੜ੍ਹੀ ਉਸਰ ਰਹੀ ਸੀ, ਜਿਸ ਦੇ ਸਾਹਮਣੇ ਇੱਕ ਵੱਡਾ ਚੌਂਤਰਾ ਪੱਕਾ ਹੋ ਰਿਹਾ ਸੀ। ਉਸ ਅੱਗੇ ਰਾਏ ਬੁਲਾਰ ਦੀ ਹਵੇਲੀ ਦੀਆਂ ਭਾਰੀਆਂ ਲਟੈਣਾਂ ਦਿਸ ਰਹੀਆਂ ਸਨ। ਉਸ ਅੱਗੇ ਵੱਡੀ ਮਸੀਤ ਦਾ ਬਾਂਗ ਦੇਣ ਲਈ ਥੜਾ ਪੌੜੀਆਂ ਲਾ ਕੇ ਉੱਚਾ ਕਰ ਦਿੱਤਾ ਸੀ, ਜਿਸ ਤੋਂ ਬੇਦੀਆਂ ਵਾਲਾ ਤੇ ਪੁਰੋਹਿਤਾਂ ਵਾਲੇ ਮੰਦਰ ਦੇ ਵਿਹੜੇ ਦੀਆਂ ਮੂਰਤੀਆਂ ਹੁਣ ਸਾਫ਼ ਦਿਸ ਰਹੀਆਂ ਸਨ। ਇਹੀ ਉਹ ਰਸਤਾ ਸੀ ਜਿੱਥੇ ਸਾਈਂ ਦੀ ਆਵਾਜ਼ ਅੱਗੇ ਅਗਿਆਨ ਅਸੰਭਵ ਹੋ ਜਾਂਦਾ ਸੀ। ਹੁਣ ਕਿੰਨੇ ਮਹੀਨੇ ਲੰਘ ਗਏ ਸਨ, ਇੱਥੇ ਕੋਈ ਸੰਵਾਦ ਹੀ ਨਹੀਂ ਸੀ ਹੋਇਆ। ਅੱਜ ਕੱਲ੍ਹ ਗੋਪਾਲ ਪੰਡਤ ਨੂੰ ਵੀ ਇਹ ਕਹਿਣਾ ਪੈ ਰਿਹਾ। ਉਹ ਬੈਠਦਾ ਜੋਗੀਆਂ ਵਾਂਗ, ਉਹ ਉੱਠਦਾ ਯੋਧਿਆਂ ਵਾਂਗ, ਉਹ ਤੁਰਦਾ ਪੀਰਾਂ ਵਾਂਗ ਸੀ। ਇਸ ਰਾਹ ਦੀ ਲੀਲਾ ਹੀ ਜਾਂਦੀ ਰਹੀ। ਮੰਦਰ ਵਿੱਚ ਆਰਤੀ ਚੱਲ ਰਹੀ ਸੀ। ਪਿੱਪਲ 'ਤੇ ਲਟਕਦੇ ਮਮੋਲਿਆਂ ਦੇ ਆਲ੍ਹਣਿਆਂ ਉੱਪਰੋਂ ਉਸ ਦੇ ਆਖਰੀ ਤੁਬਕੇ ਮੂਰਤੀਆਂ ਉੱਤੇ ਡਿੱਗ ਰਹੇ ਸਨ, ਜਿਨ੍ਹਾਂ ਨੂੰ ਧੁੱਪ ਤੁਰੰਤ ਸੁਕਾ ਦਿੰਦੀ। ਇਹਨਾਂ ਮੂਰਤੀਆਂ 'ਚੋਂ ਇੱਕ ਬਿਨਾਂ ਬੰਸਰੀ ਤੋਂ ਖੜਾ ਕ੍ਰਿਸ਼ਨ ਦਾ ਬੁੱਤ ਵੀ ਸੀ, ਜਿਸ ਕੋਲ ਮਰਦਾਨੇ ਦਾ ਕਦੇ ਰੁਕਣ ਨੂੰ ਜੀ ਨਹੀਂ ਕਰਦਾ। ਇਸ ਤੋਂ ਤਾਂ ਚੰਗਾ ਸੀ ਪੂਜਾ ਦੇ ਫੁੱਲਾਂ 'ਚੋਂ ਆਪਣਾ ਰਿਜ਼ਕ ਕਮਾਉਂਦੇ ਪੰਛੀਆਂ ਵੱਲ ਵੇਖਿਆ ਜਾਵੇ। ਸਾਹਮਣੇ ਸਾਈਂ ਹੋਰਾਂ ਦੇ ਬਾੜੇ ਵਿੱਚ ਪਤਲੀ ਬਦਾਮੀ ਘੋੜੀ ਧੁੱਪ ਸੇਕਦੀ ਦਿਸੀ। ਉਹਦੇ ਕੋਲ ਹੀ ਸਾਈਂ ਦਾ ਹਲ, ਪੰਜਾਲੀ ਤੇ ਸੁਹਾਗੀ ਪਏ ਦਿਸੇ, ਜਿਨ੍ਹਾਂ ਨੂੰ ਉਹ ਤੋਂ ਬਿਨਾਂ ਕੋਈ ਨਹੀਂ ਸੀ ਵਰਤਦਾ। ਮਰਦਾਨੇ ਦਾ ਰੋਜ਼ ਜੀ ਕਰਦਾ ਇੱਕ ਵਾਰ ਉਹਨਾਂ ਉੱਤੇ ਸਾਜ਼ ਵਾਂਗ ਹੱਥ ਫੇਰ ਕੇ ਆਵਾਂ। ਮਰਦਾਨੇ ਨੇ ਵੇਖਿਆ ਤਸਬੀਹ ਫੇਰਦਾ ਰੁਕਮਦੀਨ ਗੋਪਾਲ ਪੰਡਤ ਦੇ ਬਾੜੇ ਸਾਹਮਣੇ ਰੁਕ ਗਿਆ ਸੀ। ਉਹ ਬਾੜੇ ਵਿੱਚ ਬੈਠੀ ਗਾਂ ਵੱਲ ਵੇਖ ਰਿਹਾ ਸੀ, ਜੋ ਮਹਿਤਾ ਕਾਲੂ ਨੇ ਪੁੱਤ ਦੀ ਭ੍ਰਿਸ਼ਟ ਬੁੱਧੀ ਦੇ ਨਿਵਾਰਨ ਲਈ ਦਾਨ ਕੀਤੀ ਸੀ। ਚਿੱਟੀ ਗਾਂ ਦੀਆਂ ਕਾਲੀਆਂ ਸਿਆਹ ਅੱਖਾਂ 'ਚੋਂ ਪਾਣੀ ਦੀ ਪਰਤ ਇੱਧਰ ਉੱਧਰ ਘੁੰਮਦੀ ਦਿਸਦੀ, ਪਰ ਮਹਿਤਾ ਕਾਲੂ ਦੇ ਬਾੜੇ ਵੱਲ ਆ ਕੇ ਰੁਕ ਜਾਂਦੀ, ਜਿੱਥੋਂ ਕੱਲ੍ਹ ਅਚਾਨਕ ਉਹ ਗਊ ਦਾਨ ਬਣ ਨਿਕਲ ਆਈ ਸੀ। ਪੰਡਤਾਂ ਦੇ ਬਾੜੇ ਵਿੱਚ ਨਾ ਉਹ ਬਲਦਾਂ ਦੀਆਂ ਹਰਕਤਾਂ ਦਿਸਦੀਆਂ ਤੇ ਨਾ ਹੀ ਉਹ ਥਾਪੀ ਦੇ ਕੇ ਦੁੱਧ ਚੋਣ ਵਾਲੀਆਂ ਸੁਆਣੀਆਂ। ਫਿਰ ਵੀ ਮਰਦਾਨੇ ਦਾ ਜੀ ਕੀਤਾ ਰੁਕਮਦੀਨ ਇੱਥੋਂ ਜਾਵੇ ਤੇ ਉਹ ਗਾਂ ਦਾ ਸਿਰ ਪਲੋਸ ਕੇ ਆਵੇ। ਮੰਦਰ ਵਿੱਚੋਂ ਹਰਦਿਆਲ ਪੰਡਤ ਲੰਬਾ ਤਿਲਕ ਲਾ ਕੇ ਨਿਕਲਿਆ। ਉਹਦੇ ਮੱਥੇ ਦੀਆਂ ਤਿਉੜੀਆਂ ਭਰਵੱਟਿਆਂ ਤੱਕ ਫੈਲੇ ਤਿਲਕ ਨੂੰ ਛੇਤੀ ਹੀ ਝਾੜ ਦਿੰਦੀਆਂ। ਹਰਦਿਆਲ ਤੇ ਰੁਕਮਦੀਨ ਬੋਲੇ ਤਾਂ ਕੁਝ ਨਹੀਂ, ਪਰ ਇੱਕ ਦੂਜੇ ਨੂੰ ਲੰਘ ਜਾਣ ਲਈ ਰੁਕੇ। ਸਾਈਂ ਵੇਲੇ ਉਹ ਇੱਕ ਦੂਜੇ ਨੂੰ ਕੁਝ ਨਾ ਕੁਝ ਜ਼ਰੂਰ ਬੋਲਦੇ ਸਨ। ਉਹਦੇ ਹੋਣ ਨਾਲ ਸੰਵਾਦ ਦਾ ਕੋਈ ਬਹਾਨਾ ਬਣਿਆ ਰਹਿੰਦਾ ਸੀ। ਉਹ ਉਹਨਾਂ ਦੀਆਂ ਸੋਚਾਂ ਵਿੱਚ ਫਸੇ ਸਭ ਤੋਂ ਕਮਜ਼ੋਰ ਲਫ਼ਜ਼ਾਂ ਨੂੰ ਕਾਂਬਾ ਛੇੜ ਦਿੰਦਾ ਸੀ। ਅੱਜ ਦੋਵਾਂ ਨੇ ਮਰਦਾਨੇ ਨੂੰ ਵੀ ਨਹੀਂ ਬੁਲਾਇਆ, ਪਰ ਰਾਏ ਬੁਲਾਰ ਅੱਜ ਕੱਲ੍ਹ ਅਜਿਹਾ ਨਹੀਂ ਕਰਦਾ। ਜੇ ਕੁਝ ਵੀ ਨਾ ਕਹਿਣਾ ਹੋਵੇ, ਉਹ ਇੱਕ ਦਿਨ ਪਹਿਲਾਂ ਕਿਹਾ ਵਾਕ ਦੁਹਰਾ ਦਿੰਦਾ। ਆਪਣੇ ਸਾਈਂ ਵੱਲ ਜਾ ਰਿਹਾ ਮਰਦਾਨਿਆਂ। ਖਰਲਾਂ ਦਾ ਇੱਕ ਪਾਲਤੂ ਕੁੱਤਿਆਂ ਦਾ ਜੋੜਾ ਅਚਾਨਕ ਭੱਟੀਆਂ ਦੇ ਕੁੱਤਿਆਂ ਵਿੱਚ ਘਿਰ ਗਿਆ। ਡਰਿਆ ਜੋੜਾ ਮੂਰਤੀਆਂ ਦੁਆਲੇ ਘੁੰਮਦਾ ਹੱਥ ਨਹੀਂ ਸੀ ਆ ਰਿਹਾ। ਮੂਰਤੀਆਂ ਦੇ ਵਧੇ ਹੋਏ ਅੰਗ ਮੂੰਹ ਨਹੀਂ ਸੀ ਪੈਣ ਦੇ ਰਹੇ। ਅੰਦਰੋਂ ਗੰਜਾ ਸਿਰ,
ਗਲ ਵਿੱਚ ਤੁਲਸੀ ਦੀ ਮਾਲਾ ਨਾਲ ਸਰਦਾ ਪੰਡਿਤ ਗੁੱਸੇ ਵਿੱਚ ਨਿਕਲਿਆ। ਕੁੱਤੇ ਆਪਸ ਵਿੱਚ ਜ਼ਿਆਦਾ ਉਲਝ ਗਏ ਸਨ। ਪੰਡਿਤ ਦੀ ਪਹਿਲੀ ਚੀਖ ਅਣਸੁਣੀ ਚਲੀ ਗਈ। ਫਿਰ ਉਹ ਦੂਰ ਭੌਂਕਦੇ ਦੌੜਦੇ ਗਏ। ਜਦੋਂ ਤੱਕ ਖਰਲਾਂ ਦਾ ਰਕਬਾ ਨਹੀਂ ਆਇਆ, ਅਜਿਹੇ ਵੇਲੇ ਮਰਦਾਨੇ ਨੂੰ ਨੱਥੂ ਯਾਦ ਆਇਆ। ਉਸ ਦਿਨ ਫਸਲਾਂ ਦਾ ਨੁਕਸਾਨ ਦੱਸਣ ਲਈ ਮਹਿਤਾ ਕਾਲੂ ਵੱਲ ਉਹ ਹੀ ਭੱਜਿਆ ਗਿਆ ਸੀ। ਉਹਦੇ ਪਿੱਛੇ ਖੁਰਦਰੇ ਨੱਕ ਵਾਲਾ ਮੁਨਸ਼ੀ ਗਿਆ ਸੀ। ਅੱਜ ਕੱਲ੍ਹ ਉਹ ਦੋਵੇਂ ਨਹੀਂ ਦਿਸਦੇ। ਰੋਜ਼ ਵਾਂਗ ਰਾਮ ਤਲਾਈ ਦੇ ਕੰਢੇ ਤੇ ਪਰਜਾ ਪੰਡਿਤ ਸਾਫ਼ ਪਾਣੀ ਵਿੱਚ ਆਪਣਾ ਮੂੰਹ ਵੇਖਣ ਦੀ ਕੋਸ਼ਿਸ਼ ਕਰਦਾ ਦਿਸਿਆ। ਕੋਈ ਬਹੁਤ ਹੀ ਛੋਟਾ ਜੀਵ ਬਿਨਾਂ ਕੋਸ਼ਿਸ਼ ਤੋਂ ਤੈਰਦਾ ਦੂਜੇ ਕੰਢੇ ਜਾ ਨਿਕਲਿਆ। ਮੰਦਰ ਦੇ ਟੱਲ ਦੀ ਆਵਾਜ਼ ਹੌਲੀ-ਹੌਲੀ ਰਾਏ ਬੁਲਾਰ ਦੀ ਹਵੇਲੀ ਵੱਲ ਸਰਕ ਰਹੀ ਸੀ। ਟੱਲ ਦਾ ਸਭ ਤੋਂ ਹੇਠਲਾ ਸੁਰ ਕਿੰਨਾ ਚੰਗਾ ਲੱਗਦਾ, ਜੋ ਹਲਚਲ ਵਿੱਚ ਕੀਤੀ ਛੇੜਖਾਨੀ ਤੋਂ ਬਾਅਦ ਆਪਣੀ ਮਰਜ਼ੀ ਨਾਲ ਚੱਲਦਾ ਏ। ਮਰਦਾਨੇ ਨੇ ਚੁਫੇਰੇ ਵੇਖਿਆ। ਹੁਣ ਗਲੀ ਵਿੱਚ ਕੋਈ ਨਹੀਂ ਸੀ। ਉਹਨੇ ਚੁੱਪ-ਚਾਪ ਤਲਵੰਡੀ ਨੂੰ ਇਸ ਤਰ੍ਹਾਂ ਵੇਖਦਿਆਂ ਇੱਕ ਪਹਿਰ ਲੰਘਾ ਦਿੱਤਾ ਸੀ। ਗਲੀ ਵਿੱਚ ਅੰਮੀ ਆਪਣਾ ਰਿਜ਼ਕ ਕਮਾ ਵਾਪਸ ਆਉਂਦੀ ਦਿਸੀ। ਉਹਦੀਆਂ ਸੁੱਜੀਆਂ ਅੱਖਾਂ ਤੇ ਉਤਰੇ ਚਿਹਰੇ ਉੱਪਰ ਰਿਜ਼ਕ ਦੀ ਬਰੀਕ ਤਸੀਰ ਦੀ ਝਲਕ ਪੈ ਰਹੀ ਸੀ। ਭਾਰੀ ਝੋਲੀ ਨਾਲ ਝੁਕੀ ਉਹ ਚੁੱਪ-ਚਾਪ ਕੋਲੋਂ ਲੰਘਣ ਲੱਗੀ ਬੁੜ-ਬੁੜ ਕਰਨ ਲੱਗੀ। ਕਿਤੇ ਮਰਾਸੀ ਵੀ ਏਦਾਂ ਉਦਰਿਆ ਖੜਾ ਦਿਸਦਾ, ਜਜਮਾਨ ਕੀ ਸੋਚਣਗੇ? ਵੇ ਪੁੱਤ, ਤੂੰ ਕਿਹੜੀ ਉਦਾਸੀ ਵਿੱਚ ਹੱਸਣਾ ਭੁੱਲ ਗਿਆ? ਉਹਨੇ ਮੰਦਰ ਅੱਗੇ ਝੁਕਣ ਤੇ ਮਸੀਤ ਅੱਗੇ ਸਜਦਾ ਕਰਨ ਲਈ ਵਜ਼ਨ ਪਿੱਠ ਉੱਤੇ ਕੀਤਾ। ਅੰਮੀ ਦੇ ਅਜਿਹੇ ਬੋਲ ਸਾਰਾ ਦਿਨ ਪਿੰਡਾ ਠੀਕ ਨਹੀਂ ਹੋਣ ਦਿੰਦੇ। ਅੰਮੀ ਦੀ ਇਸ ਸੂਰਤ ਦੀ ਉਹਨੂੰ ਕਦੀ ਸਮਝ ਨਹੀਂ ਸੀ ਆਈ। ਇੱਥੋਂ ਤੱਕ ਮਮਤਾ ਉਤਰਦੀ, ਕਦੇ ਰਿਜ਼ਕ ਦੀ ਚੇਸ਼ਟਾ, ਕਦੇ ਕੁਝ ਨਾ ਮਿਲਣ ਦੀ ਕਾਣਤ ਚੜ੍ਹਦੀ ਦਿਸਦੀ। ਫਿਰ ਵੀ ਕੋਈ ਖਿੱਚ ਸੀ। ਉਹ ਮਾਂ ਦੇ ਪਿੱਛੇ ਤੁਰਿਆ। ਅੰਮੀ ਨੇ ਰੁਕਮਦੀਨ ਨੂੰ ਵੱਡਿਆਂ ਵਾਂਗ ਸਲਾਮ ਕੀਤਾ। ਪੈਂਖੜਾ ਲੱਗਿਆ। ਗਧਾ ਇੱਧਰ ਮੂਰਤੀਆਂ ਦੇ ਪੈਰਾਂ ਵਿੱਚੋਂ ਖੱਬਲ ਦੀਆਂ ਤਿੜਾਂ ਚੁਗਣ ਲੱਗਾ। ਚੱਕ ਘੁਮਾਉਂਦਾ ਰਾਈ ਸ਼ਾਇਦ ਗਧੇ ਨੂੰ ਭੁੱਲ ਚੁੱਕਿਆ ਸੀ। ਭੀੜੀ ਗਲੀ ਵਿੱਚ ਕਦਮਾਂ ਦੀ ਆਵਾਜ਼ ਨੇੜੇ ਸੁਣਨ ਦੇ ਬਾਵਜੂਦ ਵੀ ਅੰਮੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਸਾਹਮਣੇ ਮਸੀਤ ਤੋਂ 4 ਕੁ ਕਦਮ ਪਿੱਛੇ ਆਪਣੇ ਇੱਕ ਛੋਟੇ ਰਹਿ ਗਏ ਪੈਰ ਨਾਲ ਭੰਗੀ ਮਿੱਟੀ ਨੂੰ ਠੋਕਰਾਂ ਮਾਰਦਾ ਦਿਸਿਆ। ਉਹਦੀ ਅੱਖ ਦੀ ਕੌਡੀ ਗੁੱਸੇ ਨਾਲ ਫੁੱਲੀ ਇੱਧਰ ਉੱਧਰ ਘੁੰਮ ਰਹੀ ਸੀ। ਰਾਈ ਘੁਮਾਰ ਨੇ ਸ਼ਾਇਦ ਉਹਨੂੰ ਉਹ ਗੱਲ ਕਹਿ ਦਿੱਤੀ ਸੀ ਜੋ ਪਹਿਲਾਂ ਗਧੇ ਦੀ ਰਖਵਾਲੀ ਕਾਰਨ ਕੁਝ ਦੇਰ ਲਈ ਰੋਕ ਲਈ ਸੀ। ਗਿੱਲੀ ਧੋਤੀ ਨਾਲ ਮੰਦਰ ਅੱਗਿਓਂ ਨਾ ਲੰਘਿਆ ਕਰ। ਰਾਈ ਹਾਲੇ ਵੀ ਆਪਣੇ ਕੰਮ ਵਿੱਚ ਮਸਤ ਸੀ। ਉਹਦੀ ਕਮਾਈ ਮਿੱਟੀ ਉੱਤੇ ਪਾਲਤੂ ਕੁੱਤਾ ਬੈਠਾ ਸੀ। ਉਹਨੇ ਇਹਦੇ ਉੱਪਰ ਬੈਠਣ ਤੋਂ ਵੀ ਬੜਾ ਗੁੱਸਾ ਕਰਨਾ ਸੀ, ਪਰ ਹਾਲੇ ਚੱਕ ਘੁੰਮ ਰਿਹਾ ਸੀ। ਭੰਗੀ ਦੇ ਡੇਲੇ ਦਾ ਪਾਣੀ ਹਾਲੇ ਵੀ ਚੋ ਰਿਹਾ ਸੀ। ਇਸ ਤੋਂ ਅੱਗੇ ਮਰਦਾਨੇ ਦਾ ਜਾਣ ਨੂੰ ਜੀਅ ਨਹੀਂ ਕੀਤਾ। ਘਰੋਂ ਅੰਮੀ ਦੀ ਆਵਾਜ਼ ਆ ਰਹੀ ਸੀ। ਤਾਜ਼ੇ ਰਿਜ਼ਕ ਨੇ ਉਹਦੀ ਆਵਾਜ਼ ਜੋਸ਼ੀਲੀ ਕਰ ਦਿੱਤੀ ਸੀ। ਮਰਦਾਨਾ ਇੱਥੋਂ ਵੀ ਫਿਰ ਵਾਪਸ ਮੁੜ ਆਇਆ। ਇਸ ਵਾਰੀ ਉਹਨੇ ਸੋਚਿਆ ਕਿ ਸਾਈਂ ਦੇ ਘਰ ਤੱਕ ਕੁਝ ਨਹੀਂ ਸੋਚਣਾ। ਇਸ ਤਰ੍ਹਾਂ ਸਿਰਫ ਸਾਈਂ ਦੇ ਸੁਨੇਹੇ ਦਾ ਤੁਲਫ ਆਉਂਦਾ ਸੀ। ਅੱਜ ਕਿੰਨੀ ਦੇਰ ਬਾਅਦ ਉਹਦੇ ਨਾਲ ਮਿਲਦੇ ਜੁਲਦੇ ਅਹਿਸਾਸਾਂ ਦਾ ਮਿਲਣ ਹੋਇਆ ਸੀ। ਉਹਨੂੰ ਵੇਖਦੀ ਸਾਰ ਮਾਤਾ ਤ੍ਰਿਪਤਾ ਕੂਲੇ ਅਹਿਸਾਸਾਂ ਨਾਲ ਅੱਖਾਂ ਭਰ ਆਈ ਸੀ। ਤੂੰ ਕੱਲ੍ਹ ਨੂੰ ਸੁਲਤਾਨਪੁਰ ਜਾ ਨਾਨਕ ਕੋਲ। ਇਹੋ ਜਿਹਾ ਸੁਨੇਹਾ ਤਾਂ ਉਹ ਮਹੀਨਿਆਂ ਤੋਂ ਉਡੀਕ ਰਿਹਾ ਸੀ। ਉਹ ਜ਼ਿਆਦਾ ਦੇਰ ਉੱਥੇ ਰੁਕਿਆ ਵੀ ਨਹੀਂ। ਤਲਵੰਡੀ ਵਿੱਚ ਜੋ ਬਹੁਤ ਕੁਝ ਗਵਾਚਿਆ ਜਾਪਣ ਲੱਗਾ ਸੀ, ਅਚਾਨਕ ਉਹ ਫਿਰ ਦਿਸਣ ਲੱਗ ਪਿਆ। ਜੀ ਕੀਤਾ ਕਾਜ਼ੀ ਰੁਕਮਦੀਨ ਮਿਲ ਜਾਵੇ, ਪਾਦਾ ਹਰਦਿਆਲ ਦਿਸ ਜਾਵੇ, ਹੋਰ ਨਹੀਂ ਤਾਂ ਰਾਏ ਬੁਲਾਰ ਹੀ ਸਾਹਮਣੇ ਆ ਜਾਵੇ। ਅੱਜ ਕੋਈ ਗੱਲ ਕਰਨ ਨੂੰ ਜੀ ਕਰਦਾ ਸੀ। ਸਿਰਫ ਇੱਕ ਹੀ ਰਾਤ ਵਿਚਾਲੇ ਸੀ। ਅੱਜ ਦੀ ਰਾਤ ਮੰਦਰ ਵਿੱਚ ਸਰਸਵਤੀ ਦੀ ਮੂਰਤੀ ਦੀਆਂ ਬਾਹਾਂ ਕੋਲ ਜੁਗਨੂੰ ਉੱਡਣਗੇ। ਖਾਲੀ ਹੱਥ ਖੜੇ ਕ੍ਰਿਸ਼ਨ ਨੂੰ ਵਿਹਲੀਆਂ ਖੜੀਆਂ ਮੂਰਤੀਆਂ ਬਾਂਸਰੀ ਫੜਾਉਣਗੀਆਂ। ਅੱਜ ਅਜ਼ਾਨ ਬੜੀ ਸੁਰੀਲੀ ਸੁਣੇਗੀ।
ਅੱਜ ਦੀ ਰਾਤ ਰਾਏ ਬੁਲਾਰ ਦੀ ਹਵੇਲੀ ਵਿਚਲੇ ਨਵਾੜੀ ਪਲੰਘਾਂ 'ਤੇ ਸਭ ਮਰਾਸੀ ਬੈਠਣਗੇ। ਇਹ ਸਭ ਕੁਝ ਬਿਨਾਂ ਸੋਚਿਆਂ ਕਿਵੇਂ ਯਾਦ ਆ ਗਿਆ। ਉਹ ਅੰਮੀ ਸਾਹਮਣੇ ਖੜਾ ਮੁਸਕਰਾ ਰਿਹਾ ਸੀ।